ਕਾਰ ਨੇ 15 ਜਨਵਰੀ ਤੱਕ ਜਿਹੜਾ ਸਮਾਂ ਲੈਤਾ ਸੀਗਾ, ਮੋਰਚੇ ਦੀ ਕਮੇਟੀ ਨਾਲ ਕੋਈ ਗੱਲਬਾਤ ਨਹੀਂ ਕਰੀ, ਜਾਣੇ ਅੱਖਾਂ ਮੀਚਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ, ਤਾਂ ਮਜਬੂਰੀ ਬਸ ਉਹ ਫਿਰ ਜਿਹੜਾ ਪ੍ਰੋਗਰਾਮ ਦਿੱਤੇ। ਪਹਿਲਾਂ ਤਾਂ ਪੂਰਾ ਪ੍ਰਸ਼ਾਸਨ ਨੇ ਰੋਕਣ ਦਾ ਕੋਸ਼ਿਸ਼ ਕੀਤੀ ਵੀ ਤੁਸੀਂ ਪਾਰਕ 'ਚ ਨਹੀਂ ਜਾਗਦੇ, ਤਾਂ ਸ਼ਹਿਰ ਵਾਸੀਆਂ ਲਈ ਇੱਕ ਤੁਰਨ ਫਿਰਨ ਲਈ ਜਗ੍ਹਾ ਹੈ, ਇੱਥੇ ਟਰਾਲੀਆਂ ਤਾਂ ਖੜਾ ਹੀ ਨਹੀਂ ਸਕਦੇ। ਅਸੀਂ ਆਖਿਆ ਵੀ ਕੋਈ ਜਗ੍ਹਾ ਦੱਸ ਦਿਓ ਵੀ ਜਿੱਥੇ ਟਰੈਕਟਰ ਖੜਨ, ਜਗ੍ਹਾ ਉਹਨਾਂ ਦੇ ਕੋਲ ਕੋਈ ਨਹੀਂ ਸੀ। ਉਹ ਕਹਿੰਦਾ ਵੀ ਸਾਡੀ ਨਿਗਰਾਨੀ ਹੇਠ ਤੁਸੀਂ ਟਰੈਕਟਰਾਂ ਦੇ ਦਿਓ ਸਾਨੂੰ, ਅਸੀਂ ਉਹਦੀ ਦੇਖਭਾਲ ਕਰਾਂਗੇ। ਮੈਂ ਆਖਿਆ ਵੀ ਤੁਸੀਂ ਤਾਂ ਬਹੁਤ ਵਧੀਆ ਦੇਖਭਾਲ ਕਰ ਲਓਗੇ, ਮੈਂ ਕਿਹਾ ਵੀ ਜਿਹੜੀਆਂ ਖਨੌਰੀਆਂ ਵਾਲੀਆਂ ਚੱਕੀਆਂ ਉਹੀ ਦੇ ਦਿਓ। ਚਲੋ ਡੀਐਸਪੀ ਨੂੰ ਫਿਰ ਇਸ ਗੱਲ ਤੇ ਤਾਂ ਕੋਈ ਇਸ਼ੂ ਨਾ ਆਇਆ, ਉਹ ਚੁੱਪ ਜੇ ਕਰ ਗਈ। 24 ਨੂੰ ਤਾਂ ਫਿਰ ਇਹਨੇ ਪੂਰਾ ਜ਼ੋਰ ਬਲ ਆਪਦਾ ਸਰਕਾਰ ਨੇ, ਪ੍ਰਸ਼ਾਸਨ ਨੇ, ਪੁਲਿਸ ਨੇ ਲਾ ਕੇ ਦੇਖਿਆ। ਆਪਣੇ ਇੱਥੋਂ ਤੱਕ ਕਿ ਬਜ਼ੁਰਗਾਂ ਨੂੰ ਧੱਕੇ ਵੀ ਮਾਰੇ, ਪੱਗਾਂ ਵੀ ਲਈਆਂ, ਪਰ ਉਹਦੇ ਬਾਵਜੂਦ ਜਿਹੜਾ ਦਿੱਤਾ ਪ੍ਰੋਗਰਾਮ ਸੀ ਵੀ ਆਪਾਂ ਰੋਡ ਤੇ ਜਾਣਾ ਹੀ ਰਹਿਣਾ, ਤਾਂ ਉਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਚੌਂਕ ਦੇ ਵਿੱਚ ਆਪਾਂ ਆਏ ਹਾਂ। ਪ੍ਰਸ਼ਾਸਨ ਨੇ ਪੂਰਾ ਆਪਣੀਆਂ ਗੱਡੀਆਂ ਗੁੱਡੀਆਂ ਬੱਸਾਂ ਬੁੱਸਾਂ ਭਰ ਕੇ ਲਿਆਂਦੀਆਂ ਕਮਾਂਡੋ ਕੁੰਡੋ ਦੀਆਂ, ਪਰ ਜਦੋਂ ਮਨ ਬਣਾ ਲਿਆ ਲੋਕਾਂ ਨੇ ਵੀ ਫਿਰ ਮਾਰ ਦਿਓ ਜੇ ਤੁਸੀਂ ਬੈਠਿਆਂ ਨੂੰ ਸਾਡੀ ਗੱਲ ਨਹੀਂ ਸੁਣਨੀ, ਤਾਂ ਸਰਕਾਰ ਕਿੱਥੇ ਹੈ ਜੇ ਤੁਸੀਂ ਇਹੀ ਕੁਝ ਕਰਨਾ ਹੈ। ਜਦੋਂ ਆਪਣੇ ਆਗੂਆਂ ਨੇ ਇਹ ਸ਼ਬਦ ਕਹੇ ਵੀ ਹੁਣ ਬਗਰਾੜੀ 2 ਬਣਾਉਂਗੇ, ਜਦੋਂ ਬਗਰਾੜੀ 2 ਦੀ ਗੱਲ ਆਈ ਪ੍ਰਸ਼ਾਸਨ ਪਿੱਛੇ ਹਟਿਆ ਵੀ ਇਹਦਾ ਹਾਲਾਤ ਹੀ ਕਿਸੇ ਪਾਸੇ ਹੋਰ ਨੂੰ ਜਾ ਰਹੇ। ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਪਹਿਲੀ ਵਾਅਦਾ ਕੀਤਾ ਪੰਜਾਬੀਆਂ ਨਾਲ ਕਿ 2022 ਦੇ ਵਿੱਚ ਸਾਡੀ ਸਰਕਾਰ ਬਣਾ ਦਿਓ, ਪੰਜਾਬ ਦੇ ਵਿੱਚ ਇੰਨੇ ਸਖਤ ਕਾਨੂੰਨ ਬਣਾਵਾਂਗੇ ਕੋਈ ਬੇਅਦਬੀ ਸੋਚ ਵੀ ਨਹੀਂ ਸਕਦਾ। ਪਰ ਹੈਰਾਨੀ ਦੀ ਗੱਲ ਇਹ ਹੈ ਜਦੋਂ ਦੀ ਸਰਕਾਰ ਆਈ ਹੈ ਘਟਨਾਵਾਂ ਵਧੀਆਂ ਨੇ, ਪਰ ਉਹ ਜਿੰਨਾ ਆਪਣੇ ਤੇ ਧੱਕੇਬਾਜ਼ੀ ਕੀਤੀ, ਜਿੰਨਾ ਇਹਨਾਂ ਨੇ ਪੁਲਿਸ ਨੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਜਨਤਾ 'ਚ ਮੈਸੇਜ ਇੰਨਾ ਗਿਆ ਕਿ ਪਿੰਡਾਂ ਦੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵਿੱਚ ਇਕੱਠ ਹੋਣ ਲੱਗ ਗਏ ਵੀ ਯਾਰ ਉਹ ਸਿੰਘ ਬੈਠਾ ਹੈ ਤਾਂ ਉਹ ਇਕੱਲੇ ਦਾ ਤਾਂ ਮਸਲਾ ਹੈ ਨਹੀਂ, ਆਪਣਾ ਮਸਲਾ ਤੇ ਆਪਾਂ ਕਿਉਂ ਨਾ ਜਾਈਏ। ਕੀ ਲੱਗਦਾ ਕਿ ਕਾਕਾ ਜੀ ਜਿਵੇਂ ਆਮ ਆਦਮੀ ਪਾਰਟੀ ਦਾ ਰਵੱਈਆ ਪਿਛਲੇ ਲੰਬੇ ਸਮੇਂ ਦਾ ਇਸ ਤਰ੍ਹਾਂ ਦਾ ਰਿਹਾ ਕਿ ਜਿਵੇਂ ਖਨੌਰੀ ਵਾਲਾ ਮੋਰਚਾ ਉਹਨਾਂ ਨੇ ਉਠਾਇਆ, ਇਸ ਮੋਰਚੇ ਦੇ ਉੱਪਰ ਇਦਾਂ ਦਾ ਰੁਖ ਤਾਂ ਨਹੀਂ ਅਪਣਾਉਣ ਜਾ ਰਹੀ ਸਰਕਾਰ ਕਿਤੇ? ਇੱਥੇ ਜਿਹੜੀ ਮੋਰਚੇ ਦੀ ਗੱਲ ਹੈ, ਇੱਥੇ ਇਹਨਾਂ ਕੁਛ ਨਹੀਂ, ਮੰਨ ਲਓ ਸਾਰਿਆਂ ਨੂੰ ਚੁਕਾ ਦੇਣ, ਪੜ੍ਹ ਕੇ ਲੈ ਜਾਣ, ਮੰਨ ਲਓ ਸਾਡੇ ਤੇ ਗ੍ਰਿਫਤਾਰੀ ਕਰ ਦੇਣ, ਜੋ ਵੀ ਕਰ ਦੇਣ, ਰੋਡ ਤੋਂ ਧਰਨਾ ਹਲਾ ਦੇਣ ਕਿ ਭਾਈ ਸਾਹਿਬ ਨੂੰ ਕੌਣ ਚੜੂਗਾ, ਤਾਂ ਉਹ ਤਾਂ ਜਿਉਂਦਾ ਤਿਉਂ ਬੈਠੇ ਨਾ ਮੰਗਤਾ। ਇਹਨਾਂ ਦੀ ਪਹੁੰਚ ਤੋਂ ਬਾਹਰ ਦੇ ਗੁਰੂ ਨੇ, ਪ੍ਰਮਾਤਮਾ ਨੇ ਉਹਨਾਂ ਨੂੰ ਬਾਲੀ ਇੰਨਾ ਬਖਸ਼ਤਾ ਕਿ ਕਾਨੂੰਨ ਬਣਾਉਣਾ ਹੀ ਪੈਣਾ, ਕਿਉਂਕਿ ਕੋਈ ਚਾਲ ਨਹੀਂ ਚੱਲਣੀ। ਕੁੱਟਮਾਰ ਵਾਲੀ ਟਰਾਲੀਆਂ ਖਿੱਚ ਕੇ ਅੱਗੇ ਲਾਤੀਆਂ ਸਾਡੀਆਂ, ਆਹ ਲੈ ਜਾਣ ਟਰਾਲੀਆਂ ਖਿੱਚ ਕੇ ਲੈ ਜਾਣ, ਸਾਨੂੰ ਸਾਰਿਆਂ ਨੂੰ ਲੈ ਜਾਣ। ਇਹ ਤਾਂ ਅਸੀਂ ਸਾਰੀਆਂ ਗੱਲਾਂ ਵਿਚਾਰ ਰਹੀਆਂ ਵੀ ਇਸ ਗੱਲਾਂ ਤੇ ਉਹ ਕੋਈ ਅਸਰ ਨਹੀਂ ਹੋਣਾ ਮੋਰਚੇ ਤੋਂ। ਜੇ ਇੱਕ ਮੋਰਚੇ ਨੂੰ ਉਠਾਉਣ ਦੀ ਕੋਸ਼ਿਸ਼ ਕਰਨਗੇ, ਹਾਂ ਇਹ ਹੋ ਸਕਦਾ ਵੀ 10 ਲੱਗ ਜਾਣ। ਮੋਰਚੇ ਨੂੰ ਬਦਨਾਮ ਕਿਵੇਂ ਕੀਤਾ ਜਾਵੇ, ਮੋਰਚੇ 'ਚੋਂ ਗਿਣਤੀ ਸੰਗਤਾਂ ਦੀ ਕਿਵੇਂ ਘਟਾਈ ਜਾਵੇ, ਮੈਂ ਕਹਿੰਦਾ ਵੀ ਇਹ ਸਰਕਾਰ ਨੇ ਬੜਾ ਕੋਸ਼ਿਸ਼ਾਂ ਕਰਕੇ ਦੇਖੀਆਂ ਬੜੇ ਮੋਰਚਿਆਂ ਦੇ ਵਿੱਚ, ਇੱਥੇ ਸਾਰੇ ਕੁਛ ਸਰਕਾਰ ਨੇ ਫੇਲ ਹੋਣਾ। ਜਿੱਥੇ ਮਸਲਾ ਗੁਰੂ ਦਾ ਹੋਵੇ ਨਾ, ਉੱਥੇ ਕਿਸੇ ਦੀ ਨਹੀਂ ਚੱਲਦੀ, ਇਹ ਤਾਂ ਸਰਕਾਰ ਹੈ। ਸਮਾਣਾ ਟਾਵਰ ਮੋਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਤਮਾਮ ਸਾਰੇ ਧਰਮਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਸਤਿਕਾਰ ਬਹਾਲ ਕਰਾਉਣ ਨੂੰ ਲੈ ਕੇ ਲੱਗਾ ਹੋਇਆ ਹੈ। ਤਾਂ ਇਸੇ ਦੇ ਸੰਬੰਧ ਵਿੱਚ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਮੁੱਖ ਚੌਂਕ ਹੈ, ਉਹ ਤਕਰੀਬਨ 22 ਦਿਨ ਤੋਂ ਨਿਰੰਤਰ ਬੰਦ ਕੀਤਾ ਹੋਇਆ। ਤਾਂ ਇਸੇ ਨੂੰ ਲੈ ਕੇ ਹਾਲ ਦੇ ਵਿੱਚ ਤਮਾਮ ਸਾਰੀਆਂ ਧਿਰਾਂ, ਚਾਹੇ ਉਹ ਦੇਸ਼ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਵਿਦੇਸ਼ ਵਿੱਚ ਸਿੱਖ ਸੰਗਤਾਂ ਹੋਣ, ਉਹਨਾਂ ਦੇ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ। ਤਾਂ ਇਹਦੇ ਨਾਲ ਹੀ ਜਿੱਥੇ ਸਿੱਖ ਜਥੇਬੰਦੀਆਂ ਦਾ ਸਮਰਥਨ ਹੈ, ਉੱਥੇ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਸਿੱਧੂਪੁਰ ਜਥੇਬੰਦੀ ਹੈ, ਕਾਕਾ ਸਿੰਘ ਕੋਟੜਾ ਸਾਡੇ ਨਾਲ ਹੈ, ਗੱਲਬਾਤ ਕਰਾਂਗੇ ਔਰ ਤਮਾਮ ਸਾਰੀ ਜਿਹੜੀ ਜਾਣਕਾਰੀ ਉਹ ਵੀ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਕਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ ਕੱਲ੍ਹ ਜਿਹੜਾ ਮੋਰਚਾ ਜਿਵੇਂ ਚੱਲ ਰਿਹਾ ਹੈ, ਜਿਵੇਂ ਸੰਗਤਾਂ ਦਾ ਸਮਰਥਨ ਹੈ, ਵੱਖ-ਵੱਖ ਸ਼ਖਸੀਅਤਾਂ ਆਉਂਦੀਆਂ, ਨਿੱਤ ਦਿਹਾੜੇ ਸੰਬੋਧਿਤ ਕੀਤਾ ਜਾ ਰਿਹਾ ਹੈ, ਵੱਡਾ ਸਮਰਥਨ ਤਮਾਮ ਸਾਰੀਆਂ ਧਿਰਾਂ ਦਾ ਆ, ਤਮਾਮ ਸਾਰੇ ਜਿਹੜੇ ਪੱਖ ਨੇ, ਕਿਵੇਂ ਦੇਖਦੇ ਹੋ ਜੀ? ਇਹ ਪਹਿਲੇ ਤਾਂ ਆਪਾਂ ਨੂੰ ਮੈਂ ਕਹਿਣਾ ਵੀ ਭਾਈ ਸਾਹਿਬ ਦੀ ਤਪੱਛਿਆ ਰੰਗ ਲੈ ਕੇ ਆਈ ਹੈ, ਕਿਉਂਕਿ 18 ਮਹੀਨੇ ਹੋ ਗਏ 450 ਟਾਵਰ ਦੇ ਉੱਤੇ ਬੈਠਿਆਂ ਨੂੰ, ਤਾਂ ਲੋਕਾਂ ਨੇ ਐ ਜਮਾ ਪਰਖ ਕੇ ਵੀ ਯਾਰ ਹੁਣ ਤਾਂ ਨਿਬੜ ਗਿਆ ਹੋਣਾ, ਹੁਣ ਤਾਂ ਉਤਰਿਆ ਇਹ ਹੋਣੇ ਆ, ਹੁਣ ਤਾਂ ਕੁਛ ਇਹ ਹੋ ਗਿਆ,
ਸਾਰੀਆਂ ਗੱਲਾਂ ਤੇ ਜਿਹੜੀਆਂ ਘਰੇ ਬੈਠੇ ਸੋਚਦੇ ਆ ਜਾਂ ਸਰਕਾਰ ਦਾ ਪ੍ਰਚਾਰ ਛੱਡਿਆ ਸੀਗਾ, ਉਹਦੇ ਵਿੱਚ ਮੈਨੂੰ ਲੱਗਦਾ ਜਿਹੜੀ ਤਪੱਸਿਆ ਨੇ ਅੱਜ ਪੂਰਾ ਜਿਹੜਾ ਮੋਰਚੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ 22, 23, 24 ਦਾ, ਉਹ ਦਿੱਤਾ ਲੋੜ ਬਣੀ ਮੋਰਚੇ ਦੀ ਕਿ ਸਰਕਾਰ ਨੇ ਆਪਣੇ ਸਮਾਂ ਲਿੱਤਾ ਸੀ। ਜਿਹੜੀ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਬਈ 6 ਮਹੀਨੇ ਸਾਨੂੰ ਸਮਾਂ ਦੇ ਦਿਓ, 6 ਮਹੀਨੇ ਅਸੀਂ ਸਾਰੀਆਂ ਧਿਰਾਂ ਨਾਲ ਸੁਝਾਅ ਲੈ ਕੇ ਇੱਕ ਕਮੇਟੀ ਨੂੰ ਰਿਪੋਰਟ ਦੇ ਦਿਆਂਗੇ। ਮੰਨ ਲਓ ਵਿਧਾਨ ਸਭਾ ਨੇ ਜੇ ਕਮੇਟੀ ਪੇਸ਼ ਕਰਤੀ ਤਾਂ ਉਹ ਕਾਨੂੰਨ ਬਣ ਲਈ ਰਾਹ ਪੱਧਰਾ, ਪਰ ਸਰਕਾਰ ਨੇ 15 ਜਨਵਰੀ ਤੱਕ ਜਿਹੜਾ ਸਮਾਂ ਲਿੱਤਾ ਸੀਗਾ, ਮੋਰਚੇ ਦੀ ਕਮੇਟੀ ਨਾਲ ਕੋਈ ਗੱਲਬਾਤ ਨਹੀਂ ਕਰੀ, ਜਾਣੇ ਅੱਖਾਂ ਮੀਚਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ, ਤਾਂ ਮਜਬੂਰੀ ਬਸ ਉਹ ਫਿਰ ਜਿਹੜਾ ਪ੍ਰੋਗਰਾਮ ਦਿੱਤੇ। ਆਪਾਂ ਸਾਡੀ ਇੱਕ ਵਰਸੀ ਸੀ ਸ਼ੁਭ ਕਰਨ ਦੀ, ਜਦੋਂ ਮੋਰਚੇ ਨੇ ਸਾਡੇ ਨਾਲ ਵੀ ਗੱਲਬਾਤ ਕੀਤੀ ਵੀ ਤੁਸੀਂ ਯੋਗਦਾਨ ਪਾਓ, ਅਸੀਂ ਆਖਿਆ ਵੀ ਠੀਕ ਹੈ, ਸਾਡਾ ਵੀ ਫਰਜ਼ ਹੈ, ਇਹ ਕਿਸੇ ਦਾ ਇੱਕ ਦਾ ਹੈ ਨਹੀਂ, ਸਾਰਾ ਗੁਰੂ ਨੂੰ ਪਿਆਰ ਕਰਨ ਵਾਲੇ ਅਸੀਂ, ਸਾਰਿਆਂ ਦਾ ਫਰਜ਼ ਬਣਦਾ। ਤਾਂ ਉਹਦੇ ਵਿੱਚੋਂ ਅਸੀਂ ਕਿਹਾ ਵੀ ਜਿਹੜਾ ਤੁਹਾਡਾ 22 ਤੇ 23, 24 ਹੈ ਨਾ, ਵੀ ਸਾਨੂੰ 22 ਦੀ ਛੁੱਟੀ ਦੇ ਦਿਓ, 23 ਨੂੰ ਅਸੀਂ ਆਵਾਂਗੇ। 23 ਨੂੰ ਆਪਾਂ ਟਰੈਕਟਰ ਵਾਲੇ ਲੈ ਕੇ ਆਏ ਆ। ਪਹਿਲਾਂ ਤਾਂ ਪੂਰਾ ਪ੍ਰਸ਼ਾਸਨ ਨੇ ਰੋਕਣ ਦਾ ਕੋਸ਼ਿਸ਼ ਕੀਤੀ ਵੀ ਤੁਸੀਂ ਪਾਰਕ 'ਚ ਨਹੀਂ ਜਾਗਦੇ, ਤਾਂ ਸ਼ਹਿਰ ਵਾਸੀਆਂ ਲਈ ਇੱਕ ਤੁਰਨ ਫਿਰਨ ਲਈ ਜਗ੍ਹਾ ਹੈ, ਇੱਥੇ ਟਰੈਕਟਰੀਆਂ ਤਾਂ ਖੜਾ ਹੀ ਨਹੀਂ ਸਕਦੇ। ਅਸੀਂ ਆਖਿਆ ਵੀ ਕੋਈ ਜਗ੍ਹਾ ਦੱਸ ਦਿਓ ਵੀ ਜਿੱਥੇ ਟਰੈਕਟਰ ਖੜਨੇ। ਜਗ੍ਹਾ ਉਹਨਾਂ ਦੇ ਕੋਲ ਕੋਈ ਨਹੀਂ ਸੀ। ਚਲੋ ਡੀਐਸਪੀ ਨਾਲ ਗੱਲਬਾਤ ਹੋਈ, ਡੀਐਸਪੀ ਉੱਥੇ ਪਹੁੰਚਿਆ, ਉਹ ਕਹਿੰਦਾ ਵੀ ਸਾਡੀ ਨਿਗਰਾਨੀ ਹੇਠ ਤੁਸੀਂ ਟਰੈਕਟਰ ਵਾਲੀਆਂ ਦੇ ਦਿਓ ਸਾਨੂੰ, ਅਸੀਂ ਉਹਦੀ ਦੇਖਭਾਲ ਕਰਾਂਗੇ। ਮੈਂ ਆਖਿਆ ਵੀ ਤੁਸੀਂ ਤਾਂ ਬਹੁਤ ਵਧੀਆ ਦੇਖਭਾਲ ਕਰ ਲਓਗੇ, ਮੈਂ ਕਿਹਾ ਵੀ ਜਿਹੜੀਆਂ ਖਨੌਰੀਆਂ ਵਾਲੀਆਂ ਚੱਕੀਆਂ ਉਹੀ ਦੇ ਦਿਓ ਜੀ। ਚਲੋ ਡੀਐਸਪੀ ਨੂੰ ਫਿਰ ਇਸ ਗੱਲ ਤੇ ਤਾਂ ਕੋਈ ਇਸ਼ੂ ਨਾ ਆਇਆ, ਉਹ ਚੁੱਪ ਜੇ ਕਰ ਗਈ। ਚਲੋ ਮੋਰਚਾ ਰਾਤ ਨੂੰ ਜਿੰਨੀਆਂ ਵੀ ਟਰੈਕਟਰ ਵਾਲੀਆਂ ਸੀ ਆਏ, ਜਦੋਂ 24 ਨੂੰ ਨਿਕਲੇ ਆ, 24 ਨੂੰ ਤਾਂ ਫਿਰ ਇਹਨੇ ਪੂਰਾ ਜ਼ੋਰ ਬਲ ਆਪਦਾ ਸਰਕਾਰ ਨੇ, ਪ੍ਰਸ਼ਾਸਨ ਨੇ, ਪੁਲਿਸ ਨੇ ਲਾ ਕੇ ਦੇਖਿਆ। ਆਪਣੇ ਇੱਥੋਂ ਤੱਕ ਕਿ ਬਜ਼ੁਰਗਾਂ ਨੂੰ ਧੱਕੇ ਵੀ ਮਾਰੇ, ਪੱਗਾਂ ਵੀ ਲਈਆਂ, ਪਰ ਉਹਦੇ ਬਾਵਜੂਦ ਜਿਹੜਾ ਦਿੱਤਾ ਪ੍ਰੋਗਰਾਮ ਸੀ ਵੀ ਆਪਾਂ ਰੋਡ ਤੇ ਜਾਣਾ ਹੀ ਰਹਿਣਾ, ਤਾਂ ਉਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਚੌਂਕ ਦੇ ਵਿੱਚ ਆਪਾਂ ਆਏ ਹਾਂ। ਤਾਂ ਉਦੋਂ ਲੱਗਦਾ ਸੀ ਲੋਕਾਂ ਨੂੰ ਵੀ ਇਹ ਇੱਕ ਦਿਨ ਚੱਲੂਗਾ, 2 ਘੰਟੇ ਚੱਲੂਗਾ, 4 ਘੰਟੇ ਚੱਲੂਗਾ। ਹੁਣ ਠਾਦੂ ਉੱਥੇ ਦੇਖਿਆ ਵੀ ਹੱਥ ਨੂੰ ਪ੍ਰਸ਼ਾਸਨ ਨੇ ਪੂਰਾ ਆਪਦੀਆਂ ਗੱਡੀਆਂ ਗੁੱਡੀਆਂ, ਬੱਸਾਂ ਬੁੱਸਾਂ ਭਰ ਕੇ ਲਿਆਂਦੀਆਂ ਕਮਾਂਡੋ ਕੁੰਡੋ ਦੀਆਂ, ਪਰ ਜਦੋਂ ਮਨ ਬਣਾ ਲਿਆ ਲੋਕਾਂ ਨੇ ਵੀ ਫਿਰ ਮਾਰ ਦਿਓ ਜੇ ਤੁਸੀਂ ਬੈਠਿਆਂ ਨੂੰ ਸਾਡੀ ਗੱਲ ਨਹੀਂ ਸੁਣਨੀ, ਤਾਂ ਸਰਕਾਰ ਕਿੱਥੇ ਹੈ ਜੇ ਤੁਸੀਂ ਇਹੀ ਕੁਝ ਕਰਨਾ ਹੈ। ਜਦੋਂ ਆਪਣੇ ਆਗੂਆਂ ਨੇ ਇਹ ਸ਼ਬਦ ਕਹੇ ਵੀ ਹੁਣ ਬਗਰਾੜੀ 2 ਬਣਾਉਂਗੇ, ਜਦੋਂ ਬਗਰਾੜੀ 2 ਦੀ ਗੱਲ ਆਈ, ਪ੍ਰਸ਼ਾਸਨ ਪਿੱਛੇ ਹਟਿਆ ਵੀ ਇਹਦਾ ਹਾਲਾਤ ਹੀ ਕਿਸੇ ਪਾਸੇ ਹੋਰ ਨੂੰ ਜਾ ਰਹੇ। ਤਾਂ 24 ਤਰੀਕ ਤੋਂ ਜਿਹੜਾ ਲੱਗਿਆ ਪੂਰੇ, ਮੈਨੂੰ ਲੱਗਦਾ ਇਕੱਲੇ ਪੰਜਾਬ 'ਚ ਨਹੀਂ, ਪੂਰੇ ਦੇਸ਼ਾਂ ਵਿਦੇਸ਼ਾਂ, ਪੂਰੇ ਭਾਰਤ 'ਚ ਗਿਆ ਕਿ ਭਾਈ ਸਾਹਿਬ ਨੇ ਜਿਹੜਾ ਗੁਰਜੀਤ ਸਿੰਘ ਦੀ ਤਪੱਸਿਆ, ਉਹਨਾਂ ਦੀ ਮੰਗ ਕੀ ਹੈ, ਹੁਣ ਘਰ ਘਰ ਮੰਗ ਚਲੀ ਗਈ ਬਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਜ਼ਿਆਦਾ ਬੇਅਦਬੀਆਂ ਆਪਣੀਆਂ ਹੋ ਰਹੀਆਂ ਨੇ। ਬਾਕੀ ਜਿਹੜੀ ਮੰਗ ਹੈ ਵੀ ਸਾਰੇ ਧਰਮਾਂ ਲਈ ਸਖਤ ਤੋਂ ਸਖਤ ਕਾਨੂੰਨ ਬਣੇ। ਖਾਸ ਕਰਕੇ ਕਈ ਬੰਦੇ ਵਿਚਾਰ ਵੀ ਕਰ ਲੈਂਦੇ ਵੀ ਤੁਸੀਂ ਪੰਜਾਬ ਸਰਕਾਰ ਨੂੰ ਕਿਉਂ ਨਿਸ਼ਾਨੇ ਤੇ ਰੱਖਿਆ, ਕੇਂਦਰ ਸਰਕਾਰ ਦੀ ਕਿਉਂ ਨਹੀਂ ਗੱਲ ਕਰਦੇ, ਇਹ ਵੀ ਸੁਣਨ ਨੂੰ ਆਈਆਂ। ਅਸੀਂ ਆਖਿਆ ਵੀ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ ਕੱਢੋ। ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਪਹਿਲੀ ਵਾਅਦਾ ਕੀਤਾ ਪੰਜਾਬੀਆਂ ਨਾਲ ਕਿ 2022 ਦੇ ਵਿੱਚ ਸਾਡੀ ਸਰਕਾਰ ਬਣਾ ਦਿਓ, ਪੰਜਾਬ ਦੇ ਵਿੱਚ ਇੰਨੇ ਸਖਤ ਕਾਨੂੰਨ ਬਣਾਵਾਂਗੇ ਕੋਈ ਬੇਅਦਬੀ ਸੋਚ ਵੀ ਨਹੀਂ ਸਕਦਾ। ਪਰ ਹੈਰਾਨੀ ਦੀ ਗੱਲ ਇਹ ਹੈ ਜਦੋਂ ਦੀ ਸਰਕਾਰ ਆਈ ਹੈ ਘਟਨਾਵਾਂ ਵਧੀਆਂ ਨੇ। ਕਾਕਾ ਜੀ, ਇੱਕ ਸਵਾਲ ਹੈ ਕਿ ਜਿਸ ਦਿਨ ਤੁਸੀਂ ਮੋਰਚੇ ਦਾ ਆਰੰਭ ਕੀਤਾ, ਇੱਥੇ ਜਿਹੜਾ ਤੁਸੀਂ ਸੰਘਰਸ਼ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਪੱਕੇ ਤੌਰ ਤੇ ਉਲੀਕਦੇ ਹੋ, ਤਾਂ ਉਸੇ ਸਮੇਂ ਦੇ ਦਰਮਿਆਨ ਪ੍ਰਸ਼ਾਸਨ ਦੇ ਨਾਲ ਤੁਹਾਡੇ ਵਾਰਤਾਲਾਪ ਹੁੰਦੇ, ਤਾਂ ਉਹਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪ੍ਰਪੋਜ਼ਲ ਇਹ ਰੱਖਿਆ ਜਾਂਦਾ ਕਿ ਜਿਹੜਾ ਇਸ ਵਾਰ ਦਾ ਸੈਸ਼ਨ ਹੈ ਉਹਦੇ ਵਿੱਚ ਇਸ ਮਸਲੇ ਦਾ ਹੱਲ ਕੀਤਾ ਜਾ ਰਿਹਾ, ਬੇਅਦਬੀ ਦਾ ਪੱਕੇ ਤੌਰ ਤੇ ਕਾਨੂੰਨ ਬਣਾਇਆ ਜਾ ਰਿਹਾ। ਕੀ ਲੱਗਦਾ ਫਿਰ ਪ੍ਰਸ਼ਾਸਨ ਨੇ ਤੇ ਵਾਅਦਾ ਤੁਹਾਡੇ ਨਾਲ ਕਰਤਾ, ਪਰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਇਹਦੇ ਵਿੱਚ ਤੇ ਬੇਅਦਬੀ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ? ਨਹੀਂ, ਸਾਡੇ ਨਾਲ ਆਈ ਸੀ ਗੱਲ, ਇਹ ਗੱਲ ਖੜੀ ਖੜੀ ਹੋਈ ਆ, ਕੋਈ ਉਹਨਾਂ ਦੀ ਟੇਬਲ ਤੇ ਕੋਈ ਟਾਈਮ ਦੇ ਕੇ ਗੱਲ ਨਹੀਂ ਹੋਈ ਸੀ। ਆਪਣੇ ਰੋਡ ਤੇ ਖੜੀ, ਇੱਕ ਰੋਡ ਤੋਂ ਟਾਲਣ ਵਾਲੀ ਗੱਲ ਵੀ ਤੁਸੀਂ ਉੱਥੇ ਚਲੇ ਜਾਓ, ਸਰਕਾਰ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ, ਗੱਲਬਾਤ ਕਰਕੇ ਆਪਾਂ ਇਹਨੂੰ ਹੱਲ ਕਰਦੇ ਹਾਂ। ਇਹ ਨਹੀਂ ਕਹੀ ਸੀ ਵੀ ਮੁੱਖ ਮੰਤਰੀ ਨੇ ਸਾਨੂੰ ਭੇਜਿਆ ਤੋਂ ਅਸੀਂ ਗੱਲਬਾਤ ਕਰ ਲਈ ਤਿਆਰ ਹਾਂ। ਫਿਰ ਉਹ ਅਸੀਂ ਕਿਹਾ ਵੀ ਜਿਹੜੇ ਹੁਣ ਤੁਸੀਂ ਡੀਐਸਪੀ ਦੀ ਗੱਲ ਕਰੀ ਹੈ ਜਾਂ ਉੱਤੇ ਮੈਡਮ ਐਸਡੀਐਮ ਹੈ, ਇਹਦੀ ਪਹੁੰਚ ਕਿੱਥੋਂ ਤੱਕ ਹੈ ਡੀਸੀ ਐਸਐਸਪੀ ਤੱਕ?
ਮਸਲਾ ਹੈ ਮੁੱਖ ਮੰਤਰੀ ਤੇ ਇੱਕ ਦਾ। ਮੁੱਖ ਮੰਤਰੀ ਨਾਲ ਵਾਰਤਾ ਕੌਣ ਕਰਵਾਊਗਾ? ਕੋਈ ਐਂਗਲ ਤਾਂ ਸਿੱਧਾ ਕਰੋ ਨਾ। ਇਹ ਜਵਾਬ ਪਿੱਛੇ ਹਟ ਗਏ। ਅਸੀਂ ਕਿ ਵੀ ਤੂੰ SHO ਨੂੰ ਭੇਜ ਕੇ DSP ਤੇ ਇੱਕ ਸੀਮ ਤੈਨੂੰ ਐ ਜਿਵੇਂ ਇੱਕ ਬਲੌਕ ਦਾ ਮਸਲਾ ਹੁੰਦਾ ਹੈ, ਤਾਂ ਐ ਤਾਂ ਹੋਣੀ ਨਹੀਂ ਗੱਲ। ਘੱਟੋ ਘੱਟ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੇ ਬਿਹਾਵ ਤੇ ਕੋਈ ਬੰਦਾ ਜ਼ਿੰਮੇਵਾਰੀ ਤਾਂ ਲੈ ਕੇ ਆਵੇ ਨਾ, ਕਿ ਅਸੀਂ ਜਿਹੜੀ ਕਮੇਟੀ ਦੀ ਰਿਪੋਰਟ ਹੈ ਜਾਂ ਕਾਨੂੰਨੀ ਕੀ ਮਜਬੂਰੀਆਂ ਨੇ, ਜਨਤਾ ਨੂੰ ਦੱਸਿਆ ਤਾਂ ਜਾਵੇ ਨਾ, ਸੰਗਤ ਨੂੰ, ਵੀ ਅਸੀਂ ਕਰ ਲਈ ਤਾਂ ਤਿਆਰ ਆ ਪਰ ਸਾਡੀਆਂ ਮਜਬੂਰੀਆਂ ਦਿੱਕਤਾਂ ਹੈ ਕਾਨੂੰਨਾਂ 'ਚ, ਬਈ ਆਹ ਸਾਨੂੰ ਸਮਾਂ ਚਾਹੀਦਾ। ਇਹ ਦੱਸਣ 'ਚ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੂੰ ਕੀ ਸੀਗਾ ਵੀ ਭਾਈ ਅਸੀਂ ਇਸ ਗੱਲ ਤੇ ਟਿਕਦੇ। ਘੱਟੋ ਘੱਟ ਜਿਹੜਾ ਚਲੋ ਉਹ ਗੱਲਾਂ ਗਈਆਂ, ਨਾ ਮੀਟਿੰਗ ਕਰਵਾ ਸਕੇ, ਕਿਸੇ ਕਮੇਟੀ ਨਾਲ ਵੀ ਨਹੀਂ ਕਰਵਾਈ, ਤਾਂ ਪਿੱਛੇ ਹਟੀ। ਇਹਨਾਂ ਨੂੰ ਇਹ ਸੀਗਾ ਵੀ ਚਲੋ ਬੈਠ ਜਾਣ ਦਿਓ, ਇਹਨਾਂ ਦਾ ਮਤਲਬ ਇਹ ਸੀ ਵੀ ਦੇਖ ਲੈਂਦੇ ਬੈਠ ਕੇ, ਬਈ ਆਪੇ ਰਾਤ ਨੂੰ ਵਗ ਜਾਣਗੇ ਬਣ ਗਏ। ਪਰ ਉਹ ਜਿੰਨਾ ਆਪਣੇ ਤੇ ਧੱਕੇਬਾਜ਼ੀ ਕੀਤੀ, ਜਿੰਨਾ ਇਹਨਾਂ ਨੇ ਪੁਲਿਸ ਨੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਜਨਤਾ 'ਚ ਮੈਸੇਜ ਇੰਨਾ ਗਿਆ ਕਿ ਪਿੰਡਾਂ ਦੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵਿੱਚ ਇਕੱਠ ਹੋਣ ਲੱਗ ਗਏ ਵੀ ਯਾਰ ਉਹ ਸਿੰਘ ਬੈਠਾ ਹੈ ਤਾਂ ਉਹ ਇਕੱਲੇ ਦਾ ਤਾਂ ਮਸਲਾ ਹੈ ਨਹੀਂ, ਆਪਣਾ ਮਸਲਾ ਤੇ ਆਪਾਂ ਕਿਉਂ ਨਾ ਜਾਈਏ। ਦੂਜੀ ਫਿਰ ਆਪਾਂ ਨੂੰ ਜਿਹੜੀ ਉਮੀਦ ਸੀ ਲੋਕਾਂ ਨੂੰ ਵੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਊਗਾ ਤੇ ਇਸ ਸੈਸ਼ਨ ਦੇ ਵਿੱਚ ਤਾਂ ਫਿਰ ਕਾਨੂੰਨ ਬਣ ਹੀ ਜਾਣਾ, ਤਾਂ ਲੋਕਾਂ ਦੀਆਂ ਉਮੀਦਾਂ ਤੇ ਮੈਨੂੰ ਲੱਗਦਾ ਪਾਣੀ ਫੇਰਿਆ। ਖਾਸ ਕਰਕੇ ਜਿਹੜਾ ਕੱਲ ਸੈਸ਼ਨ ਖਤਮ ਹੋਇਆ, ਖਤਮ ਹੋ ਕੇ ਤਾਂ ਫਿਰ ਆ ਮਜਬੂਰੀ ਬਸ ਜਿਹੜਾ ਸਾਨੂੰ ਰੋਡ ਇੱਕ ਸਰਕਾਰ ਨੂੰ ਮੈਸੇਜ ਆਪਾਂ ਦਿੱਤਾ ਉਹ 'ਚ ਕਾਮਯਾਬ ਹੋਏ ਆ। ਤਾਂ ਸਰਕਾਰ ਪਿੱਛੇ ਹਟ ਰਹੀ ਹੈ ਹੁਣ ਟੇਢੇ ਵਿੰਗੇ ਢੰਗ ਦੇ ਨਾਲ। ਮੋਰਚੇ ਨੂੰ ਬਦਨਾਮ ਕਿਵੇਂ ਕੀਤਾ ਜਾਵੇ, ਮੋਰਚੇ 'ਚੋਂ ਗਿਣਤੀ ਸੰਗਤਾਂ ਦੀ ਕਿਵੇਂ ਘਟਾਈ ਜਾਵੇ। ਮੈਂ ਕਹਿੰਦਾ ਵੀ ਇਹ ਸਰਕਾਰ ਨੇ ਬੜਾ ਕੋਸ਼ਿਸ਼ਾਂ ਕਰਕੇ ਦੇਖੀਆਂ ਬੜੇ ਮੋਰਚਿਆਂ ਦੇ ਵਿੱਚ, ਇੱਥੇ ਸਾਰੇ ਕੁਛ ਸਰਕਾਰ ਨੇ ਫੇਲ ਹੋਣਾ। ਜਿੱਥੇ ਮਸਲਾ ਗੁਰੂ ਦਾ ਹੋਵੇ ਨਾ ਉੱਥੇ ਕਿਸੇ ਦੀ ਨਹੀਂ ਚੱਲਦੀ। ਇਹ ਤਾਂ ਸਰਕਾਰ ਹੈ, ਸਰਕਾਰ ਇੱਕ ਵਪਾਰਕ ਹੈ। ਤੁਸੀਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਤੁਸੀਂ ਗੁਰੂ ਨਾਲ ਕਿਵੇਂ ਉੱਪੜ ਜਾਓਗੇ ਪੂਰੇ। ਇਹ ਤਾਂ ਜਦੋਂ ਵਧੀਆ ਇਹ ਗੱਲ ਹੈਗੀ ਹੈ ਕਿ ਸੰਗਤਾਂ ਦਾ ਹੁਣ ਤਾਂ ਹੜ੍ਹ ਆਇਆ ਹੁੰਦਾ ਹੈ, ਸੇਵਾ ਪੁੱਛਦੇ ਨੇ ਵੀ ਸਾਨੂੰ ਲੰਗਰ ਦੀ ਸੇਵਾ ਲਾਓ, ਕੋਈ ਕਹਿੰਦਾ ਚਾਹ ਦੀ ਸੇਵਾ ਲਾਓ, ਕੋਈ ਕੁਛ ਕਰੋ। ਤਾਂ ਇਸ ਤੋਂ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਜਿਹੜੀ ਇਹ ਕਹਿੰਦੇ ਵੀ ਸਾਡੀ ਤਾਂ ਧਰਨਿਆਂ ਦੇ ਵਿੱਚੋਂ ਪਾਰਟੀ ਪੈਦਾ ਹੋਈ ਹੈ। ਕੱਲ ਵੀ ਉਹਨਾਂ ਨੇ 1.5 ਘੰਟਾ PC ਕੀਤੀ ਹੈ, ਉਹ ਅਸੀਂ ਗੌਰ ਨਾਲ ਸੁਣੀਆ ਵੀ ਕੋਈ ਸ਼ਬਦ ਕਾਨੂੰਨ ਵਾਸਤੇ ਕੋਈ ਬਣਦਾ ਜਾਂ ਕੋਈ ਮੋਰਚੇ ਦਾ ਜਿਹੜਾ ਇੱਥੇ ਮੋਰਚਾ ਚੱਲ ਰਿਹਾ ਜਾਂ ਭਾਈ ਸਾਹਿਬ ਦੇ ਕੁਛ ਹਮਦਰਦੀ ਕੋਈ ਸ਼ਬਦ ਮੂੰਹ ਚੋਂ ਨਿਕਲੇ ਮੁੱਖ ਮੰਤਰੀ ਦੇ, ਇੱਕ ਵੀ ਸ਼ਬਦ ਨਹੀਂ ਨਿਕਲਿਆ। ਤਾਂ ਇਹਦਾ ਮਤਲਬ ਦਿੱਲੀ ਵਾਲਿਆਂ ਨੇ ਕੰਟਰੋਲ ਹੀ ਮੁੱਖ ਮੰਤਰੀ ਇੰਨਾ ਕਰ ਲਿਆ ਕਿ ਇਹ ਤੇ ਸ਼ਬਦ ਤੂੰ ਕੋਈ ਬੋਲਣਾ ਹੀ ਨਹੀਂ। ਕਿਉਂਕਿ ਜਿੰਨੀ ਜਿਹੜੀ ਪਹਿਲਾਂ ਮੀਟਿੰਗ ਹੋਈ ਸੀ ਉਹਦੇ ਵਿੱਚੋਂ ਜਿੰਨੀ ਦਲੇਰੀ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਵੀ ਠੀਕ ਹੈ ਜੀ ਅਸੀਂ ਕਾਨੂੰਨ ਬਣਾਵਾਂਗੇ, ਕਮੇਟੀ ਬਣਾਉਣੇ, ਕਮੇਟੀ ਦੀ ਰਿਪੋਰਟ ਤੇ ਕਾਨੂੰਨ ਬਣਾਵਾਂਗੇ, ਜਿੰਨੀ ਆਪਦੇ ਮਨ ਨਾਲ ਉਹਨੇ ਫੈਸਲਾ ਲਿਆ ਸੀ ਤੇ ਉਨੀ ਉੱਤੇ ਉਹਨੂੰ ਪ੍ਰੈਸ਼ਰ ਨਾਲ ਦੱਬ ਲਿਆ। ਤਾਂ ਆਮ ਹੀ ਹੁੰਦਾ ਵੀ ਜਾਰੀ ਇੱਕ ਨਾਲ ਹੀ ਦੋਸਤੀ ਨਿਭਾਈ ਜਾ ਸਕਦੀ, ਤੇ ਦੋ ਤਿੰਨਾਂ ਨਾਲ ਦੋਸਤੀ ਨਹੀਂ ਨਿਭਾਈ ਦਿੰਦੀ। ਜਿਵੇਂ ਵਿਧਾਨ ਮੈਂ ਤਾਂ ਹੁਣ ਇਹਨਾਂ ਦੀ ਕੇਸਰੀਵਾਲ ਨਾਲ ਦੋਸਤੀ ਹੈ ਕਿ ਜਿਵੇਂ ਮੈਨੂੰ ਪ੍ਰਭੂ ਕਹੂਗਾ ਮੈਂ ਉਵੇਂ ਮੰਨੂਗਾ, ਨਾਲੇ ਅਮਿਤ ਸ਼ਾਹ ਨਾਲ ਹੈ। ਹੁਣ ਦੋਨਾਂ ਦੀ ਦੋਸਤੀ, ਫਿਰ ਦੋਨੇ ਇੱਕ ਮਤ ਨੇ ਵੀ ਪੰਜਾਬ ਦੇ ਵਿੱਚ ਜੋ ਕੁਝ ਹੁੰਦਾ ਹੋਣ ਤਾਂ ਤੁਸੀਂ ਨਹੀਂ ਸੁਣਨੀ ਉਹਨਾਂ ਦੀ। ਕਾਕਾ ਜੀ, ਜਿਵੇਂ ਵਿਧਾਨ ਸਭਾ ਸੈਸ਼ਨ ਦੇ ਵਿੱਚ BSP ਦੇ ਇੱਕ ਲੀਡਰ ਨੇ ਸਟੇਟਮੈਂਟ ਦਿੱਤੀ ਇਸੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਜਾਂ ਮੋਰਚੇ ਨੂੰ ਲੈ ਕੇ, ਜਾਂ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ, ਕੀ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਇਫੈਕਟ ਪੈਂਦਾ ਆ ਸੱਤਾਧਾਰੀ ਧਿਰ ਤੇ? ਦੇਖੋ ਮੈਨੂੰ ਲੱਗਦਾ ਵੀ ਜਿਹੜੇ ਉਹ ਵਿਧਾਨ ਸਭਾ ਦੇ ਵਿੱਚ ਬੋਲੇ ਚਲੋ ਵਧੀਆ ਗੱਲ ਹੈ, ਉਹਨਾਂ ਨੇ ਆਪਦਾ ਕੋਸ਼ਿਸ਼ ਕੀਤੀ। ਚਲੋ ਕਿਸੇ ਦਬਾਅ ਤੋਂ ਓਪਨ ਹੋ ਕੇ ਜਿਹੜੇ BJP ਦੇ ਵਿਧਾਇਕ ਨੇ ਕਿਹਾ ਜਾਂ ਮੰਨ ਲਓ ਕਾਂਗਰਸ ਦੇ ਵਿਧਾਇਕ ਨੇ ਕਿਹਾ, ਪਰ ਮੈਨੂੰ ਲੱਗਦਾ ਵੀ ਇਹ ਗੱਲਾਂ ਕਹਿ ਕੇ ਲੋਕਾਂ ਤੋਂ ਇੱਕ ਵਾਹ ਖੱਟ ਕੇ ਵਾਲਾ ਮਸਲਾ ਨਹੀਂਗਾ। ਪਹਿਲ ਕਦਮੀਆਂ ਕਰਨੀਆਂ ਚਾਹੀਦੀਆਂ, ਸਮੁੱਚੀ ਕਾਂਗਰਸ ਨੂੰ ਆਪਦੀ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ ਵੀ ਜੇ ਵੀ ਆਪਦੀਆਂ ਜਿਹੜੀਆਂ ਪਹਿਲਾਂ ਹੋਈਆਂ ਜਾਂ ਸਾਤੋਂ ਕਮਜ਼ੋਰੀਆਂ ਰਹੀਆਂ ਨੇ ਜਾਂ ਸਾਡੀ ਲੀਡਰਸ਼ਿਪ ਤੋਂ ਕਮਜ਼ੋਰੀਆਂ ਨੇ, ਕਿਤੇ ਇਹ ਤਾਂ ਨਹੀਂ ਵੀ ਲੋਕ ਤੁਹਾਡੀ ਸਰਕਾਰ ਬਣਾ ਕੇ ਫੇਰ ਉਹੀ ਜਿਹੜੇ ਅੱਜ ਦਿੱਲੀ ਨੂੰ ਪਿੱਟੀ ਜਾਂਦੇ ਫਿਰ ਤੁਹਾਡੇ ਵੇਲੇ ਦਿੱਲੀ ਨੂੰ ਪਿੱਟਣਗੇ। ਕੀ ਤੁਹਾਡੇ ਕੋਲੇ ਤੁਸੀਂ ਅਧਿਕਾਰ ਇਹ ਫੈਸਲੇ ਲੈ ਲਿਆ ਕਿ ਅਸੀਂ ਆਪਦੇ ਨਿਰਭਰ ਹਾਂ, ਅਸੀਂ ਫੈਸਲੇ ਲਵਾਂਗੇ? BJP ਨੇ ਕਹਿ ਤਾਂ ਦਿੱਤਾ
ਤੇ ਸਾਰਾ ਪੰਗਾ ਤਾਂ ਬੀਜੇਪੀ ਨਾਲ ਹੀ ਕਰੀ ਬੈਠੇ ਆ। ਵਧੀਆ ਗੱਲ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਮੈਨੂੰ ਲੱਗਦਾ ਇਸ ਇਸ਼ੂ ਤੇ ਜੋ ਬੋਲੇ ਨੇ ਆਪਦੀਆਂ ਪਾਰਟੀਆਂ ਦੀਆਂ ਮੀਟਿੰਗਾਂ ਬੁਲਾ ਕੇ, ਕਿਉਂਕਿ ਇਕੱਲਾ ਆਪਣਾ ਇੱਕ ਧਰਮ ਦੀ ਤਾਂ ਇਹ ਸਾਰੇ ਧਰਮਾਂ ਦੀ ਗੱਲ ਹੈ। ਕੋਈ ਮੰਨ ਲਓ ਚਾਰੇ ਧਰਮਾਂ ਦੀ ਗੱਲ ਰੱਖਦੇ ਆ ਕਿ ਜਿੰਨੇ ਵੀ ਧਰਮ ਸਥਾਨਕ ਹੈ ਕਿਸੇ ਦੀ ਵੀ ਬੇਅਬਦੀ ਨਾ ਹੋਵੇ, ਤਾਂ ਉਹਨਾਂ ਦਾ ਵੀ ਫਰਜ਼ ਉਨਾ ਹੀ ਬਣਦਾ ਹੈ। ਸਾਡੇ ਹਿੰਦੂ ਭਰਾਵਾਂ ਦਾ ਵੀ ਬਣਦਾ ਹੈ, ਸਾਡੇ ਮੁਸਲਮਾਨ ਦਾ ਵੀ ਬਣਦਾ, ਸਾਈਆਂ ਦਾ ਵੀ ਬਣਦਾ ਹੈ। ਆਪਾਂ ਨੂੰ ਤਾਂ ਚਲੋ ਨਿਭਾ ਹੀ ਰਹੇ ਜਾਵੇ, ਸਭ ਤੋਂ ਜ਼ਿਆਦਾ ਸਾਡੀਆਂ ਹੀ ਬੇਅਬਦੀਆਂ ਹੋ ਰਹੀਆਂ ਨੇ, ਸਭ ਤੋਂ ਜ਼ਿਆਦਾ ਹੀ ਸਾਨੂੰ ਨਿਸ਼ਾਨੇ ਤੇ ਲਿੱਤਾ ਜਾ ਰਿਹਾ। ਤਾਂ ਇਸ ਲਈ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਹਦੀ ਜਿਹੜੀ ਜਾਂ ਤਾਂ ਜੋ ਬੀਜੇਪੀ ਨੇ ਮੰਦਰ ਦੇ ਨਾਂ ਤੇ ਸਰਕਾਰ ਬਣਾਈ ਹੈ ਤੀਜੀ ਵਾਰ, ਜਾਂ ਤਾਂ ਕੇਜਰੀਵਾਲ ਨੇ ਕੰਨ ਦੇ ਵਿੱਚ ਫੂਕ ਮੁੱਖ ਮੰਤਰੀ ਦੇ ਇਹ ਮਾਰੀ ਹੈ ਵੀ ਕਾਲੀ ਨਾ ਕਰ, ਵੀ ਹੋਰ ਸਮਾਂ ਹੋਰ ਪੱਕ ਜਾਣ ਦੇ, ਕਿਉਂਕਿ ਇਹਨਾਂ ਦੀ ਤਾਂ ਸਿਆਸੀ ਰੋਟੀ ਹੈ ਇਲੈਕਸ਼ਨ। ਜਿਵੇਂ ਕਿਸਾਨ ਦੀ 6 ਮਹੀਨੇ ਤੋਂ ਫਸਲ ਆਉਂਦੀ ਹੈ, ਇਹਨਾਂ ਦੀ 5 ਸਾਲ ਤੋਂ ਆਉਂਦੀ ਹੈ। ਜਾਂ ਤੈਨੂੰ ਇਹ ਵੀ ਹਜੇ ਹੋਰ ਪਾਣੀ ਲਾਈ ਜਾ, ਇਹਨੂੰ ਮੌਕੇ ਤੇ ਵੱਢ ਲਾਂਗੇ। ਮੌਕੇ ਦਾ ਮਤਲਬ ਕੀ ਵੀ ਤੂੰ ਬਿੱਲ ਬਣਾ ਕੇ ਰੱਖ, ਜਦੋਂ ਐਨ ਨੇੜੇ ਚੋਣਾਂ ਆਉਣਗੀਆਂ ਤੇ ਤੂੰ ਪੇਸ਼ ਕਰਦੀ, ਤੇ ਗਵਰਨਰ ਨੇ ਸਾਈਨ ਨਹੀਂ ਕਰਨੇ ਤੇ ਤੂੰ ਆਪਾਂ ਕਹਿੰਦੇ ਹੋ ਜਾਾਂਗੇ ਵੀ ਦੇਖੋ ਸਾਡੇ ਵੱਲੋਂ ਤਾਂ ਵਿਧਾਨ ਸਭਾ ਦੇ ਵਿੱਚੋਂ ਪਾਸ ਕਰਕੇ ਅਸੀਂ ਗਵਰਨਰ ਨੂੰ ਭੇਜਤਾ, ਹੁਣ ਸਾਈਨ ਉਹਨੇ ਕਰਨੇ ਸੀ, ਹੁਣ ਪਾਸ ਹੋ ਜਾਣਾ ਸੀ, ਹੁਣ ਚੋਣ ਜ਼ਾਬਤਾ ਲੱਗ ਗਿਆ। ਇਹਦਾ ਮਤਲਬ 27 ਦੇ ਵਿੱਚ ਇਹ ਤੇ ਦੁਬਾਰੇ ਫਿਰ ਵੋਟਾਂ ਮੰਗਣ ਦੀ ਨੀਤੀ ਹੋਣੀ ਉਹਨਾਂ ਇਹ ਇਹਨਾਂ ਦੀ ਜਿਹੜੀ ਅੰਦਰਲੀ ਮੈਨੂੰ ਲੱਗਦਾ ਵੀ ਜਿਹੜੀ ਉਹਨਾਂ ਨੇ ਫੂਕ ਕੇਜਰੀਵਾਲ ਨੇ ਮਾਰੀ ਆ। ਕਿਉਂਕਿ ਇੱਕ ਜਿਹੜਾ ਜ਼ਿਆਦੇ ਆਪਾਂ ਨੂੰ ਹੁਣ ਕੁੱਟ ਕਿਉਂ ਰਹੇ ਨੇ, ਜ਼ਿਆਦੇ ਆਪਣੇ ਤੇ ਡੰਡਾ ਕਿਉਂ ਚੜਾਇਆ ਹੋਇਆ। ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਤਾਂ ਧਰਨਾ ਲਾਉਣ ਦੀ ਲੋੜ ਨਹੀਂ, ਸਾਡੀਆਂ ਭੈਣਾਂ ਦੀਆਂ ਸਾਡੀਆਂ ਕੁੜੀਆਂ ਦੀਆਂ ਜਿਹੜੀਆਂ ਬੱਚੀਆਂ ਦੀਆਂ ਸਾਡੀਆਂ ਨੇ ਚੁੰਨੀਆਂ ਲਾਈਆਂ ਇੱਥੇ ਟੈਂਕੀਆਂ ਤੇ ਚੜ੍ਹ ਜਾਓ ਸਾਡੀ ਸਰਕਾਰ ਬਣਾਓ, ਜ਼ਿਆਦੇ ਕਿਉਂ ਹੋ ਰਹੀਆਂ? ਕਿਉਂਕਿ ਇਸ ਤਾਕਤ ਤੋਂ ਫੇਲ ਹੋਇਆ ਕੇਜਰੀਵਾਲ। ਬਿਲਕੁਲ ਦਿੱਲੀ ਦੇ ਵਿੱਚੋਂ ਫੇਲ ਹੋਇਆ, ਉਹਨੂੰ ਲੱਗਿਆ ਕਿ ਜੇ ਮੇਰੇ ਕੋਲੇ ਪੁਲਿਸ ਹੁੰਦੀ ਤਾਂ ਮੈਂ ਦਿੱਲੀ 'ਚੋਂ ਨਹੀਂ ਜਾਂਦਾ ਸੀ। ਇਹਦਾ ਮਤਲਬ ਹੁਣ ਸਾਡੇ ਪੰਜਾਬੀਆਂ ਤੇ ਪੁਲਿਸ ਦੀ ਵਰਤੋਂ ਕਰਕੇ ਡੰਡਾ ਚੜਾ ਰਿਹਾ ਵੀ ਮੈਂ ਪਤਾ ਨਹੀਂ ਇਸ ਤਾਕਤ ਦੇ ਨਾਲ ਹੀ ਪੱਕਾ ਰਹੂੰਗਾ, ਇਹ ਉਹਦਾ ਭੁਲੇਖਾ ਹੈ। ਜਿਵੇਂ ਤੁਹਾਡਾ ਮੋਰਚਿਆਂ ਦਾ ਵੀ ਲੰਬੇ ਸਮੇਂ ਦਾ ਐਕਸਪੀਰੀਅੰਸ ਰਿਹਾ, ਹਾਲ ਦੇ ਵਿੱਚ ਖਨੌਰੀ ਵਾਲਾ ਮੋਰਚਾ ਕੁਝ ਕੁ ਮਹੀਨੇ ਪਹਿਲਾਂ ਉਠਾਇਆ ਗਿਆ, ਕੀ ਲੱਗਦਾ ਕਿ ਕਾਕਾ ਜੀ ਜਿਵੇਂ ਆਮ ਆਦਮੀ ਪਾਰਟੀ ਦਾ ਰਵੱਈਆ ਪਿਛਲੇ ਲੰਬੇ ਸਮੇਂ ਦਾ ਇਸ ਤਰ੍ਹਾਂ ਦਾ ਰਿਹਾ ਕਿ ਜਿਵੇਂ ਖਨੌਰੀ ਵਾਲਾ ਮੋਰਚਾ ਉਹਨਾਂ ਨੇ ਉਠਾਇਆ, ਇਸ ਮੋਰਚੇ ਦੇ ਉੱਪਰ ਇਦਾਂ ਦਾ ਰੁਖ ਤਾਂ ਨਹੀਂ ਅਪਣਾਉਣ ਜਾ ਰਹੀ ਸਰਕਾਰ ਕਿਤੇ? ਵੇਖੋ ਇਹ ਇੱਕ ਮੋਰਚਾ ਵੱਖਰੇ ਰੂਪ ਦੇ ਵਿੱਚ ਹੀ ਹੈ। ਮੈਨੂੰ ਲੱਗਦਾ ਵੀ ਇਹ ਏਜੰਸੀਆਂ ਦੀ ਸਮਝ ਤੋਂ ਵੀ ਬਾਹਰ ਦਾ ਮੋਰਚਾ ਹੈ। ਜਿਹੜੇ ਆਮ ਮੋਰਚੇ ਹੁੰਦੇ ਨੇ ਉਹਨਾਂ ਤੇ ਹੁੰਦਾ ਜੀ ਕਮੇਟੀ ਬਣ ਗਈ, ਕਮੇਟੀ ਫੈਸਲਾ ਲੈਣ ਯੋਗ ਨਹੀਂ ਹੋਈ, ਜਾਂ ਕਮੇਟੀ ਗਲਤ ਕਰਤੀ, ਜਾਂ ਕਮੇਟੀ ਖਿੰਡ ਗਈ, ਜਾਂ ਕਮੇਟੀ ਵਿਕ ਗਈ। ਇਹ ਜਿਹੀਆਂ ਆਮ ਜਿਹੜਾ ਸੜਕਾਂ ਤੇ ਮੋਰਚੇ ਹੁੰਦੇ ਆ ਉਹਨਾਂ ਤੇ ਚਰਚਾ ਹੁੰਦੀ ਹੈ। ਜਿਵੇਂ ਸਾਡੇ ਨਾਲ ਖਨੌਰੀ ਆਮ ਆਦਮੀ ਪਾਰਟੀ ਨੇ ਕੀਤਾ ਮੋਰਚਾ, ਸਾਡਾ ਖੰਦੇੜਿਆ। ਦੇਖੋ ਕੇਂਦਰ ਨਾਲ ਮੰਗਾਂ ਸੀ ਸਾਡੀਆਂ, ਇਹਨੂੰ ਕੀ ਲੋੜ ਪਈ? ਇਹ ਤਾਂ ਕਹਿੰਦਾ ਹੁੰਦਾ ਸੀ ਮੈਂ ਤਾਂ ਇਸ ਮੰਗਾਂ ਦਾ ਹਮਾਇਤੀ ਹਾਂ, ਤੇ ਚੁਕਾਇਆ ਮੋਰਚਾ ਇਹਨਾਂ ਨੇ। ਇੱਥੇ ਜਿਹੜੀ ਮੋਰਚੇ ਦੀ ਗੱਲ ਹੈ, ਇੱਥੇ ਇਹਨਾਂ ਕੁਛ ਨਹੀਂ, ਮੰਨ ਲਓ ਸਾਰਿਆਂ ਨੂੰ ਚੁਕਾ ਦੇਣ, ਪੜ੍ਹ ਕੇ ਲੈ ਜਾਣ, ਮੰਨ ਲਓ ਸਾਡੇ ਤੇ ਗ੍ਰਿਫਤਾਰੀ ਕਰ ਦੇਣ, ਜੋ ਵੀ ਕਰ ਦੇਣ, ਰੋਡ ਤੋਂ ਧਰਨਾ ਹਲਾ ਦੇਣ, ਕਿ ਭਾਈ ਸਾਹਿਬ ਨੂੰ ਕੌਣ ਚੜੂਗਾ? ਤਾਂ ਉਹ ਤਾਂ ਜਿਉਂਦਾ ਤਿਉਂ ਬੈਠੇ ਨਾ ਮੰਗਤਾ। ਇਹਨਾਂ ਦੀ ਪਹੁੰਚ ਤੋਂ ਬਾਹਰ ਦੇ ਗੁਰੂ ਨੇ, ਪ੍ਰਮਾਤਮਾ ਨੇ ਉਹਨਾਂ ਨੂੰ ਬਾਲੀ ਇੰਨਾ ਬਖਸ਼ਤਾ ਕਿ ਕਾਨੂੰਨ ਬਣਾਉਣਾ ਹੀ ਪੈਣਾ, ਕਿਉਂਕਿ ਕੋਈ ਚਾਲ ਨਹੀਂ ਚੱਲਣੀ। ਕੁੱਟਮਾਰ ਵਾਲੀ ਟਰਾਲੀਆਂ ਖਿੱਚ ਕੇ ਅੱਗੇ ਲਾਤੀਆਂ ਸਾਡੀਆਂ, ਆਹ ਲੈ ਜਾਣ ਟਰਾਲੀਆਂ ਖਿੱਚ ਕੇ ਲੈ ਜਾਣ, ਸਾਨੂੰ ਸਾਰਿਆਂ ਨੂੰ ਲੈ ਜਾਣ। ਇਹ ਤਾਂ ਅਸੀਂ ਸਾਰੀਆਂ ਗੱਲਾਂ ਵਿਚਾਰੀਆਂ ਵੀ ਇਸ ਗੱਲਾਂ ਤੇ ਉਹ ਕੋਈ ਅਸਰ ਨਹੀਂ ਹੋਣਾ ਮੋਰਚੇ ਤੋਂ। ਜੇ ਇੱਕ ਮੋਰਚੇ ਨੂੰ ਉਠਾਉਣ ਦੀ ਕੋਸ਼ਿਸ਼ ਕਰਨਗੇ, ਹਾਂ ਇਹ ਹੋ ਸਕਦਾ ਵੀ 10 ਲੱਗ ਜਾਣ। ਸਾਨੂੰ ਕੋਸ਼ਿਸ਼ ਕਰੀ ਨਾ ਇਹਨਾਂ ਨੇ 24 ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਥੇ ਲੱਗਣ ਨਹੀਂ ਦੇਣਾ, ਤੇ ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਫ੍ਰੀ ਹੋ ਗਏ। ਤਾਂ ਇਹ ਤਾਂ ਮੈਨੂੰ ਲੱਗਦਾ ਵੀ ਇਸ ਗੱਲ ਦੇ ਵਿੱਚ ਵਧੀਆ ਸਮਝਦਾਰੀ ਇਹ ਹੈ ਕਿ ਜੋ ਇਹ ਵਾਅਦੇ ਕਰਦੇ ਆ, ਕਿਉਂਕਿ ਆਪਾਂ ਨੂੰ ਕਾਂਗਰਸ ਦੀਆਂ ਨੀਤੀਆਂ ਪਾਲਿਸੀਆਂ ਲੋਕਾਂ ਨੇ ਕੁੱਟਮਾਰ ਕਰਕੇ 20-70 ਸਾਲਾਂ ਦੇ ਵਿੱਚ ਦੇਖ ਲਈਆਂ, ਬੀਜੇਪੀ ਦੀਆਂ ਵੀ ਵੇਖ ਲਈਆਂ ਕਿਉਂਕਿ ਤੀਜੀ ਵਾਰ ਸਰਕਾਰ ਆ ਗਈ ਹੈ, ਕਾਂਗਰਸ ਦੀਆਂ ਵੀ ਵੇਖ ਲਈਆਂ। ਇਹਨਾਂ ਨੂੰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕੋਲੇ ਇਕੱਲੇ ਮੁੱਖ ਮੰਤਰੀ ਤੋਂ ਬਗੈਰ ਇਹ ਤਾਂ ਨੀਤੀ ਸਪਸ਼ਟ ਹੀ ਨਹੀਂ ਹੋਈ ਵੀ ਪੰਜਾਬ 'ਚ ਕਰਨਾ ਕੀ ਚਾਹੁੰਦੇ ਆ। ਕਿਉਂਕਿ ਜਿਹੜੀ ਇਹ ਨੀਤੀ ਸਪਸ਼ਟ ਨਾ ਹੋਵੇ ਬੰਦੇ ਦੀ, ਘਚੋਲੇ ਦੇ ਵਿੱਚ ਹੈ।
ਜਿਹੜੇ ਇੱਥੇ ਮੈਨੂੰ ਲੱਗਦਾ ਫੈਸਲਾ ਜਿਹੜਾ ਹੁਣ ਖਨੌਰੀ ਵਾਲੀ ਗੱਲ ਆਪਾਂ ਕੀਤੀ ਹੈ, ਖਨੌਰੀ ਇਹਨਾਂ ਦਾ ਮਸਲਾ ਹੀ ਨਹੀਂ ਸੀਗਾ, ਕਿਉਂ ਲੱਤ ਡਾਈ ਜਾ ਕੇ? ਕਿੰਨਾ ਕੁ ਸੌਦਾ ਹੋਇਆ ਤੂੰ ਲੋਕਾਂ ਨੂੰ ਕਹਿਣਾ, ਤੇ ਇਹਦਾ ਮਤਲਬ ਬੀਜੇਪੀ ਨਾਲ ਤੇਰਾ ਕਿੰਨੇ 'ਚ ਸੌਦਾ ਹੋਇਆ? ਇਹ ਹਾਲਾਤ ਹਜੇ ਮੈਨੂੰ ਲੱਗਦਾ ਵੀ ਇਹਦਾ ਕੋਈ ਵਿਸ਼ਵਾਸ ਨਹੀਂ ਪ੍ਰਸ਼ਾਸਨ ਤੇ ਸਰਕਾਰ ਦਾ ਵੀ ਕੀ ਕਰ ਸਕਦੀ ਹੈ। ਬਿਲਕੁਲ ਆਪਣੀ ਵੀ ਸਮਝ ਤੋਂ ਬਾਹਰ ਦੀ ਗੱਲ ਹੈ, ਕਿਉਂਕਿ ਕੇਸਰੀਵਾਲ ਇੱਕ ਸਾਰਾ ਉਸ ਪਰਿਵਾਰ ਨਾਲ ਹੀ ਜੁੜਿਆ ਹੋਇਆ ਜਿਹੜੇ ਲੰਮੇ ਸਮੇਂ ਤੋਂ ਰਾਜ ਨੂੰ ਤਰਸਦੇ ਸੀਗੇ। ਉਹ ਅੱਜ ਰਾਜ ਤੇ ਹੈ, ਉਹਨਾਂ ਨੇ ਆਪਦੀ ਤਾਕਤ ਦੇਖੀ ਹੋਈ ਹੈ ਨਾ। ਪਰ ਐਸ ਕੌਮ ਦਾ ਜਿਹੜਾ ਸਾਡੇ ਕੋਲ ਤਾਂ ਰਾਜ ਆਏ ਵੀ ਹੈ ਤੇ ਰਾਜ ਗਏ ਵੀ ਆ। ਬਿਲਕੁਲ ਰਾਜ ਲੈਣ ਵਾਸਤੇ ਵੀ ਜਾਣਦੇ ਨੇ, ਪਰ ਜਾਣ ਲਈ ਉਹਨੂੰ ਕਿੰਨੀਆਂ ਵੀ ਇਸ਼ੂ ਤੇ ਇੱਕ ਤੇ ਕੁਰਬਾਨੀਆਂ ਦੇਣੀਆਂ ਪਈਆਂ। ਤੇ ਸਾਡੇ ਤਾਂ ਵੱਡੇ ਇਤਿਹਾਸ ਪਏ ਨੇ ਰਚੇ, ਇਹ ਉਹਨਾਂ ਦੇ ਦਿਮਾਗ ਦੀ ਖੇਡ ਤੋਂ ਬਾਹਰ ਦੀ ਗੱਲ ਹੈ। ਜਿੰਨੀ ਮੈਨੂੰ ਲੱਗਦਾ ਮੈਂ ਖਾਸ ਇੱਥੇ ਕਹਾਂ ਵੀ ਸੰਗਤ ਦਾ ਜਿਹੜਾ ਇੱਥੇ ਜੋੜਨਾ ਲੱਗਦਾ, ਜੇ ਮੈਂ ਤਾਂ 23 ਤਰੀਕ ਤੋਂ ਹੀ ਆਇਆ, ਜਿੰਨਾ ਕਮੇਟੀ ਨੂੰ ਵੀ ਵਿਸ਼ਵਾਸ ਨਹੀਂ ਸੀਗਾ ਬਈ ਸੰਗਤਾਂ ਆਉਣ ਲੱਗ ਜੂਗੀ, ਹੁਣ ਹੌਸਲੇ 'ਚ ਕਮੇਟੀ। ਤੇ ਭਾਈ ਸਾਹਿਬ ਨੇ ਵੀ 2-3 ਵਾਰੀ ਅਪੀਲਾਂ ਕੀਤੀਆਂ ਲੋਕਾਂ ਨੇ ਕਿ ਤੁਸੀਂ ਇਸ ਗੱਲ ਨੂੰ ਸਮਝ ਚੁੱਕੇ ਹੋ ਕਿ ਮੇਰਾ ਇਸ਼ੂ ਨਹੀਂ ਸੀ ਇਕੱਲਿਆਂ ਦਾ, ਹੁਣ ਆਪਾਂ ਸਮਝ ਚੁੱਕੇ ਆ ਵੀ ਸਾਡੇ ਗੁਰੂ ਦੀ ਬੇਅਦਬੀਆਂ ਰੋਕਣ 'ਚ ਆਪਾਂ ਕਾਮਯਾਬ ਹੋਵਾਂਗੇ। ਸੰਗਤਾਂ ਦਾ ਤਾਂ ਮੈਂ ਵਾਰ-ਵਾਰ ਧੰਨਵਾਦ ਕਰਦਾ ਹਜੇ ਵੀ, ਕਿਉਂਕਿ ਜੇ 12,500 ਪਿੰਡਾਂ, ਇੱਕ ਪਿੰਡ ਦੇ ਵਿੱਚ 2-3 ਗੁਰੂ ਘਰ ਨੇ ਤੇ 2-3 ਗੁਰੂ ਘਰਾਂ ਦੀਆਂ ਕਮੇਟੀਆਂ ਬਣ ਕੇ, ਜਾਂ ਕਿਤੇ ਮੰਦਿਰ ਵੀ ਹੈ ਜਾਂ ਕਿਤੇ ਮਸਜਿਦ ਵੀ ਹੈ, ਮੈਨੂੰ ਲੱਗਦਾ ਉਹ ਕਮੇਟੀਆਂ ਨੂੰ ਇਕੱਠੇ ਹੋ ਕੇ ਜੇ ਉਹ ਹਫ਼ਤੇ ਤੋਂ ਇੱਕ ਬੱਸ ਤੋਰਨੇ ਸ਼ੁਰੂ ਕਰ ਲੈਣ ਤਾਂ ਜੇ 1000 ਬੱਸ ਰੋਜ਼ ਆ ਜਾ ਕਰੇ, 12 ਦਿਨਾਂ ਤੋਂ ਵਾਰੀ ਆਉਣੀ ਹੈ ਤੇ ਇੱਕ ਬੱਸ ਆਉਣੇ ਤੇ ਬੱਸਾਂ ਮੈਨੂੰ ਇੱਥੇ ਖੜਨ ਥਾਂ ਨਹੀਂ। ਸਰਕਾਰ ਦੀ ਆਪਾਂ ਨੀਂਦ ਹਰਾਮ ਕਰ ਦਿਆਂਗੇ। ਬਣਨਾ ਇਹ ਹਾਲਾਤ ਬਣਨੇ ਨੇ। ਅੱਜ ਤੁਸੀਂ ਨੇੜੇ ਦੇਖੋ, ਇੱਧਰ 20 ਪਿੰਡਾਂ ਨੇ ਫੈਸਲੇ ਕਰ ਲਏ, 20 ਇੱਧਰ ਨੇ ਕਰ ਲਏ ਵੀ ਅਸੀਂ ਤਾਂ ਆਉਣਾ ਹੀ ਆਉਣਾ ਜੀ, ਰੋਜ਼ 40 ਬੱਸਾਂ ਸਾਡੀਆਂ ਆਉਣੀਆਂ। ਤਾਂ ਜਦੋਂ ਐ ਪਿੰਡਾਂ ਦੇ ਫੈਸਲੇ ਹੋਣ ਲੱਗੇ ਤਾਂ ਉਹ ਸਾਰੇ ਹੁਣ ਅੱਜ ਕੋਈ ਵੀ ਜ਼ਿਲ੍ਹਾ ਪੰਜਾਬ ਦਾ ਨਹੀਂ ਰਿਹਾ, ਖਾਸ ਕਰ ਹਰਿਆਣੇ ਦਾ ਵੀ, ਜਿਹੜਾ ਇੱਥੇ ਸੰਗਤ ਹਾਜ਼ਰੀ ਨਾ ਲਵਾਵੇ। ਬਿਲਕੁਲ ਬਿਲਕੁਲ ਇਹ ਬਣੂਗਾ ਲਾਜ਼ਮੀ। ਪਰ ਸਰਕਾਰ ਨੂੰ ਫੇਰ ਚੇਤਾਵਨੀ ਹੈ ਕਿ ਸੰਗਤਾਂ ਦੇ ਮੂਹਰੇ ਗੁਰੂ ਤੇ ਵੱਡਾ ਕੋਈ ਨਹੀਂ। ਵਧੀਆ ਸਮਝਦਾਰੀ ਇਹ ਹੈ, ਜੋ ਗਲਤੀਆਂ ਫਲਤੀਆਂ ਹੋਈਆਂ ਗੁਰੂ ਦੇ ਚਰਨੀ ਆ ਡਿੱਗੋ, ਕਾਨੂੰਨ ਇੰਨਾ ਸਖਤ ਬਣਾ ਦਿਓ, ਰਹਿੰਦੀ ਦੁਨੀਆ ਯਾਦ ਕਰੇ ਵੀ ਵਾਕਿਆ ਕਿ ਪੰਜਾਬ ਦੇ ਵਿੱਚ ਐਡਾ ਸਖਤ ਕਾਨੂੰਨ ਬਣਾਇਆ ਤਾਂ ਪੂਰੇ ਦੇਸ਼ਾਂ ਦੁਨੀਆ ਦੇ ਵਿੱਚ ਇੱਥੇ। ਬਿਲਕੁਲ तमाम ਸਾਰੇ ਸਵਾਲਾਂ ਨੂੰ ਲੈ ਕੇ ਸਿੱਧੂਪੁਰ ਜਥੇਬੰਦੀ ਤੋਂ ਕਾਕਾ ਸਿੰਘ ਕੋਟੜਾ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਲਗਾਤਾਰ ਧਰਮਯੁੱਧ ਸਮਾਣਾ ਟਾਵਰ ਮੋਰਚਾ ਦੇ ਉੱਪਰ ਡਟੇ ਹੋਏ ਨੇ। ਭਵਿੱਖ ਦੀ ਨੀਤੀ ਕਿਸ ਤਰੀਕੇ ਦੀ ਹੋ ਸਕਦੀ ਹੈ, ਕਿ ਸਰਕਾਰ ਇਸ ਹਕੀਕੀ ਮਸਲੇ ਦੇ ਉੱਪਰ ਕਿੰਨਾ ਕੁ ਕਾਬਲੇ ਗੌਰ ਹੋਵੇਗੀ। ਅੱਗੇ ਵੀ तमाम ਸਾਰੇ ਵਿਸ਼ਿਆਂ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।